ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਦਾਸ ਦੇ ਸਾਰੇ ਜਥੇ ਵੱਲੋਂ, ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਸਮੂਹ ਸੰਗਤਾਂ ਵੱਲੋਂ, ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਰਬ ਹਨ। ਪਹਿਲਾ ਪਰਬ ਹੈ ਪਹਿਲਾ ਪ੍ਰਕਾਸ਼ ਦਿਹਾੜਾ। ਜਦੋਂ ਧੰਨ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ, ਪਹਿਲਾ ਹੁਕਮਨਾਮਾ ਲਿਆ। ਦੂਜਾ ਪਰਬ ਜੋ ਅੱਜ ਆਪਾਂ ਮਨਾ ਰਹੇ ਹਾਂ, ਸੰਪੂਰਨਤਾ ਦਿਵਸ, ਦਮਦਮਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਬਣਾ ਕੇ ਸੰਪੂਰਨ ਬਾਣੀ ਦਰਜ ਕੀਤੀ। ਤੀਸਰਾ ਪਰਬ ਹੈ ਗੁਰਤਾ ਗੱਦੀ ਦਿਵਸ। ਧੰਨ ਗੁਰੂ 10ਵੇਂ ਪਾਤਸ਼ਾਹ ਨੇ 5 ਭੌਤਿਕ ਕਾਇਆ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਸੀਬ ਹੋਈ। ਇਹ 3 ਪਰਬ ਸਿੱਖ ਸੰਗਤਾਂ, ਸਿੱਖ ਸਮਾਜ ਦੇ ਵਿੱਚ ਬੜੇ ਉਤਸ਼ਾਹ ਤੇ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਸਿੱਖੀ ਦਾ ਪ੍ਰਚਾਰ ਸੀ, ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਸਦੀਵੀ ਅਮਰ ਤੇ ਕਾਇਮ ਰੱਖਣ ਦੇ ਲਈ ਇੱਕ ਵਿਲੱਖਣ ਢੰਗ ਸੋਝੀ ਤੇ ਬੜੀ ਨਿਪੁੰਨਤਾ ਦੇ ਨਾਲ ਇਸ ਨੂੰ ਅੱਗੇ ਵਧਾਇਆ। ਦਾਸ ਦਾ ਕਹਿਣ ਦਾ ਭਾਵ ਹੈ, ਜਿਵੇਂ ਜਿਵੇਂ ਵੀ ਕੋਈ ਧਰਤੀ ਤੇ ਲੋਕ ਭਲਾਈ ਦੇ ਲਈ ਆਇਆ ਹੈ ਤੇ ਕੰਮ ਕਰਦਾ ਹੈ, ਉਹ ਆਪਣੇ ਕੀਤੇ ਹੋਏ ਇਸ ਪਰਉਪਕਾਰ ਨੂੰ, ਇਸ ਭਲੇ ਨੂੰ ਕੁਝ ਲਿਖਤੀ ਰੂਪ ਦੇ ਦਿੰਦਾ ਹੈ। ਹੋਰ ਜ਼ਿਆਦਾ ਸਮਝ ਆ ਜਾਵੇ, ਜਿਵੇਂ 27 ਸਿਮਰਤੀਆਂ, 18 ਪੁਰਾਣ ਲਿਖੇ ਹੋਏ ਨੇ, 6 ਸ਼ਾਸਤਰ ਲਿਖੇ ਹੋਏ ਨੇ। ਇਹਨਾਂ ਦੇ ਲਿਖਣ ਦਾ ਕਾਰਨ ਇਹ ਸੀ ਕਿ ਉਸ ਸਮੇਂ ਦੇ ਉਹਨਾਂ ਸਾਧੂ ਸੰਤਾਂ, ਮਹਾਤਮਾ, ਰਿਸ਼ੀਆਂ ਮੁਨੀਆਂ ਨੇ ਆਪਣੇ ਪ੍ਰਚਾਰ ਨੂੰ ਇੱਕ ਲਿਖਤੀ ਰੂਪ ਦੇ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਚਾਰ ਜਿਹੜਾ ਸਦੀਵੀ ਕਾਇਮ ਰਹੇ। ਇਸ ਨੂੰ ਲੋਕੀ ਪੜ੍ਹ ਕੇ, ਸੁਣ ਕੇ, ਇਸ ਤੋਂ ਸਿੱਖਿਆ ਪ੍ਰਾਪਤ ਕਰਕੇ ਇਸ ਤਰ੍ਹਾਂ ਦਾ ਜੀਵਨ ਜਿਉਂ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ। ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖੀ ਦੇ ਪ੍ਰਚਾਰ ਨੂੰ ਗਾਇਨ ਕਰਕੇ ਲੋਕਾਂ ਦੇ ਵਿੱਚ ਪ੍ਰਚਾਰਿਆ ਤੇ ਇਸ ਨੂੰ ਫਿਰ ਸਦੀਵੀ ਬਣਾਏ ਰੱਖਣ ਦੇ ਲਈ ਗੁਰਬਾਣੀ ਦਾ ਰੂਪ ਦੇ ਕਰਕੇ ਲਿਖਤ ਰੂਪ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਬਾਣੀ ਹੈ ਜਿਹੜੀ, ਇਹ ਭਾਈ ਮਨਸੁਖ ਜੀ ਦੇ ਪਾਸ ਸੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਣੀ ਨੂੰ ਇਕੱਤਰਿਤ ਕੀਤਾ ਤੇ ਲਿਖਿਆ। ਉਪਰੰਤ ਧੰਨ ਗੁਰੂ ਅੰਗਦ ਦੇਵ ਜੀ ਦਾ ਸਮਾਂ ਆ ਗਿਆ। ਭਾਈ ਮਨਸੁਖ ਜੀ ਦੇ ਪਾਸ ਧੰਨ ਗੁਰੂ ਨਾਨਕ ਦੇਵ ਜੀ ਦੀ ਜਿਤਨੀ ਵੀ ਬਾਣੀ ਸੀ, ਉਹਨਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਦੇ ਸੁਪੁਰਦ ਕਰ ਦਿੱਤੀ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ। ਧੰਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਬਾਣੀ ਹੈ ਜਿਹੜੀ, ਉਹ ਪੈਂਡੇ ਮੋਖੇ ਨੇ ਲਿਖੀ। ਪੈਂਡੇ ਮੋਖੇ ਨੇ ਇਸ ਬਾਣੀ ਨੂੰ ਸੰਭਾਲ ਕੇ ਰੱਖਿਆ। ਫਿਰ ਸਮਾਂ ਆ ਗਿਆ ਧੰਨ ਗੁਰੂ ਅਮਰਦਾਸ ਜੀ ਦਾ। ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਨੂੰ
ਉਹਨਾਂ ਦੇ ਪੋਤਰੇ ਸਹਿਸਰਨ ਨੇ ਲਿਖੀ। ਉਹਨਾਂ ਨੇ ਇਸ ਬਾਣੀ ਨੂੰ ਸੰਭਾਲ ਕੇ ਰੱਖਿਆ। ਕੁਝ ਪੋਥੀਆਂ ਜਿਹੜੀਆਂ ਸਨ ਉਹ ਬਾਬਾ ਮੋਹਨ ਜੀ ਦੇ ਪਾਸ ਸਨ, ਤੇ ਕੁਝ ਲਿਖਤੀ ਰੂਪ ਸੀ ਜਿਹੜਾ ਉਹ ਧੰਨ ਗੁਰੂ ਅਮਰਦਾਸ ਜੀ ਦੇ ਪੋਤਰੇ ਦੇ ਪਾਸ ਸੀ। ਫਿਰ ਸਮਾਂ ਆ ਗਿਆ ਧੰਨ ਗੁਰੂ ਰਾਮਦਾਸ ਜੀ ਦਾ। ਧੰਨ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਨੂੰ ਆਪ ਲਿਖਤੀ ਰੂਪ ਦਿੱਤਾ। ਫਿਰ ਸਮਾਂ ਆ ਗਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੇ ਬੇਨਤੀ ਕਰਨ ਦੇ ਉਪਰੰਤ ਧੰਨ ਗੁਰੂ ਮਹਾਰਾਜ ਜੀ ਦੀ ਲਿਖਤੀ ਰੂਪ ਦੇ ਵਿੱਚ ਜਿਤਨੀ ਵੀ ਬਾਣੀ ਸੀ ਇਹਨੂੰ ਇਕੱਤਰਤ ਕਰਨਾ ਸ਼ੁਰੂ ਕਰ ਦਿੱਤਾ। 1655 ਤੋਂ ਬਾਣੀ ਇਕੱਤਰਤ ਕਰਨ ਲੱਗੇ। 5 ਸਾਲ ਲੱਗੇ ਨੇ ਬਾਣੀ ਇਕੱਠੀ ਕਰਦਿਆਂ। 1655 ਤੋਂ ਲੈ ਕੇ 1660 ਤੱਕ ਜਿੱਥੇ ਜਿੱਥੇ ਵੀ ਗੁਰਸਿੱਖਾਂ ਦੇ ਪਾਸ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਸਨ ਉਹ ਸਾਰੇ ਇਕੱਤਰਤ ਕੀਤੇ ਗਏ, ਇਕੱਠੇ ਕੀਤੇ ਗਏ। ਇਹਦੀ ਲੋੜ ਤਾਂ ਪਈ ਬਾਬਾ ਪ੍ਰਿਥੀ ਜੀ ਸਨ, ਧੰਨ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸਨ। ਉਹਨਾਂ ਦਾ ਪੁੱਤਰ ਸੀ ਮਿਹਰਬਾਨ। ਜਿਵੇਂ ਬਾਬਾ ਪ੍ਰਿਥੀ ਜੀ ਗੁਰੂ ਘਰ ਦੇ ਨਾਲ, ਗੁਰੂ ਮਹਾਰਾਜ ਜੀ ਦੇ ਨਾਲ ਈਰਖਾ ਕਰਦਾ ਆਇਆ, ਇਵੇਂ ਜਿਵੇਂ ਹੀ ਮਿਹਰਬਾਨ ਸੀ ਜਿਹੜਾ ਉਹ ਵੀ ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ। ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਪੈਰ ਰੱਖਦਾ ਸੀ, ਤੇ ਉਹਨੇ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਰਕੇ ਸੰਗਤਾਂ ਨੇ ਬੇਨਤੀ ਕੀਤੀ ਕਿ ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰੂ ਜੀ ਬਾਣੀ ਦੇ ਵਿੱਚ ਮਿਲਾਵਟ ਹੋ ਰਹੀ ਹੈ, ਤੇ ਕਈ ਭੋਲੇ ਭਾਲੇ ਗੁਰਸਿੱਖ ਨੇ ਉਹ ਬੜੇ ਟਪਲੇ ਖਾ ਜਾਂਦੇ ਨੇ। ਤੁਸੀਂ ਕਿਰਪਾ ਕਰੋ ਬਾਣੀ ਨੂੰ ਨਿਰੋਲ ਕਰਕੇ ਤੇ ਸਿੱਖ ਸੰਗਤਾਂ ਦੇ ਵਿੱਚ ਪ੍ਰਚਾਰੋ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਣੀ ਇਕੱਤਰਤ ਕੀਤੀ। 5 ਸਾਲ ਲੱਗ ਗਏ ਬਾਣੀ ਇਕੱਤਰਤ ਕਰਦਿਆਂ। 5 ਸਾਲਾਂ ਤੋਂ ਬਾਅਦ 1660 ਦੇ ਵਿੱਚ 1655 ਤੋਂ ਲੈ ਕੇ 1660 ਤੱਕ ਬਾਣੀ ਇਕੱਤਰਤ ਹੋਈ, ਤੇ ਫਿਰ ਭਾਈ ਗੁਰਦਾਸ ਜੀ ਨੂੰ ਲਖਾਰੀ ਬਣਾ ਕੇ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਸੀ ਜਿਹੜੀ ਇਹ ਲਿਖੀ ਗਈ। ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ। ਅੱਗੇ ਜਿਵੇਂ ਜਿਵੇਂ ਸਮਾਂ ਹੁੰਦਾ ਗਿਆ, ਗੁਜ਼ਰਦਾ ਗਿਆ, ਸਮਾਂ ਆ ਗਿਆ ਧੰਨ ਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ। ਜਦੋਂ ਧੰਨ ਗੁਰੂ ਮਹਾਰਾਜ ਜੀ ਜੰਗਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਟਿਕੇ, ਜੋ ਅੱਜ ਆਪਾਂ ਸੰਪੂਰਨਤਾ ਦਿਵਸ ਮਨਾ ਰਹੇ ਹਾਂ, ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਲਿਖਣ ਦੇ ਲਈ, ਜਿਸ ਨੂੰ ਅਸੀਂ ਕਰਤਾਰਪੁਰ ਸਾਹਿਬ ਵਾਲੀ ਬੀੜ ਆਖਦੇ ਹਾਂ, ਇਸ ਮਹਾਰਾਜ ਦੇ ਸਰੂਪ ਨੂੰ ਮੰਗਾਉਣ ਵਾਸਤੇ 5 ਸਿੰਘ ਭੇਜੇ, ਪਰ ਇਹਨਾਂ ਨੇ ਧੀਰਮਲੀਆਂ ਨੇ ਧੰਨ ਗੁਰੂ ਮਹਾਰਾਜ ਜੀ ਦਾ ਜਿਹੜਾ ਸਰੂਪ ਸੀ ਇਹਨਾਂ ਦੇ ਪਾਸ ਇਹ ਨਾ ਦਿੱਤਾ। ਜਦੋਂ ਨਾ ਦਿੱਤਾ ਤੇ ਨਾਲ ਇਹ ਵੀ ਸ਼ਬਦ ਆਖੇ ਵੀ ਜੇ ਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਨੇ ਤੇ ਫਿਰ ਬਾਣੀ ਆਪ ਲਿਖਣ। ਧੰਨ ਗੁਰੂ 10ਵੇਂ ਪਾਤਸ਼ਾਹ ਨੇ ਫਿਰ ਆਪਣੇ ਅਨੁਭਵ ਦੇ ਨਾਲ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ, ਜਿਹਨੂੰ ਆਪਾਂ ਸੰਪੂਰਨਤਾ ਦਿਵਸ ਆਖਦੇ ਆ। ਇਸ ਦੇ ਲਈ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਇਤਨਾ ਸਮਾਂ ਜਿਹੜਾ ਲੱਗਿਆ। ਗੁਰੂ ਮਹਾਰਾਜ ਜੀ ਬਾਣੀ ਜਦੋਂ ਲਿਖਦੇ ਸਨ, ਜਿਤਨੀ ਬਾਣੀ ਲਿਖਦੇ ਸਨ ਉਤਨੀ ਬਾਣੀ ਦੇ ਨਾਲ ਅਰਥ ਕਰ ਦਿੰਦੇ ਸਨ। ਬਾਣੀ ਲਿਖਣ ਵਾਲੇ ਭਾਈ ਮਨੀ ਸਿੰਘ ਜੀ ਸਨ ਤੇ ਅਰਥ ਸੁਣਨ ਵਾਲੇ 40 ਸਿੰਘ ਸਨ। ਜਦੋਂ ਇਹਨਾਂ ਨੇ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸਰਵਣ ਕੀਤਾ, ਅਰਥ ਸਰਵਣ ਕੀਤੇ, ਤੇ ਸਾਰੇ ਦੇ ਸਾਰੇ ਹੀ ਇਹ ਵਿਦੇਹ ਮੁਕਤ ਹੋ ਗਏ ਤੇ ਆਗੀ ਹੋ ਗਏ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੂ 30 ਰਾਗ ਸਨ। 31ਵਾਂ ਰਾਗ ਦਮਦਮਾ ਸਾਹਿਬ ਧੰਨ ਗੁਰੂ 10ਵੇਂ ਪਾਤਸ਼ਾਹ ਨੇ ਲਿਖਵਾਇਆ, ਜਿੰਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਹੋਰ ਵੀ ਰਾਗਾਂ ਦੇ ਵਿੱਚ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਉਹ ਵੀ ਦਰਜ ਕਰਾਈ। ਇਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਪੂਰਨ ਬਾਣੀ ਹੈ, ਜਿਹੜੀ 6 ਗੁਰੂ ਮਹਾਰਾਜ ਜੀ ਦੀ, 15 ਭਗਤਾਂ ਦੀ ਤੇ ਕੁਝ ਗੁਰਸਿੱਖਾਂ ਦੀ ਬਾਣੀ ਹੈ ਜਿਹੜੀ ਉਹ ਦਰਜ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋਏ ਤੇ ਗੁਰੂ ਮਹਾਰਾਜ ਜੀ ਨੇ ਵਚਨ ਕੀਤਾ, ਹੁਣ ਇਹਦੇ ਵਿੱਚੋਂ ਨਾ ਕੁਝ ਕੱਢਿਆ ਜਾਏਗਾ ਤੇ ਨਾ ਪਾਇਆ ਜਾਏਗਾ। ਆਪ ਸੰਗਤਾਂ ਦੀ ਜਾਣਕਾਰੀ ਤੇ ਸੋਝੀ ਦੇ ਲਈ ਦਾਸ ਕੁਝ ਇੱਕ ਗਿਆਨ ਦੀ ਖੋਜ ਕਰਕੇ ਲੈ ਕੇ ਆਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੰਪੂਰਨ ਸ਼ਬਦ ਨੇ ਜਿਹੜੇ 5894 ਨੇ। ਕਈ ਵਾਰੀ ਨਾ ਸਾਡੇ ਤੋਂ ਪੁੱਛ ਲੈਂਦਾ ਹੈ ਤੇ ਫਿਰ ਸਾਨੂੰ ਦੱਸਣੇ ਔਖੇ ਹੋ ਜਾਂਦੇ ਨੇ। 5894 ਸੰਪੂਰਨ ਸ਼ਬਦ ਨੇ, ਜਾਂ ਕਹਿ ਲਓ ਕੁੱਲ ਸ਼ਬਦ ਨੇ ਜਿਹੜੇ 5894 ਨੇ, ਜਿਨ੍ਹਾਂ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਉਹ ਸਭ ਤੋਂ ਜ਼ਿਆਦਾ ਹੈ। ਇਹਨਾਂ ਦੇ ਸ਼ਬਦ ਨੇ 2210। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਇਹ 1561 ਦੇ ਵਿੱਚ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਠਾਕੁਰ ਸ਼ਬਦ ਆਉਂਦਾ ਹੈ, ਇਹ 216 ਵਾਰੀ ਆਉਂਦਾ ਹੈ। ਵੈਗੁਰੂ ਸ਼ਬਦ ਹੈ ਜਿਹੜਾ ਇਹ 13 ਵਾਰੀ ਆਉਂਦਾ ਹੈ। ਰਾਮ ਸ਼ਬਦ ਹੈ ਜਿਹੜਾ ਇਹ 2533 ਵਾਰੀ ਆਉਂਦਾ ਹੈ। ਅੱਲਾਹ ਸ਼ਬਦ ਹੈ ਜਿਹੜਾ ਇਹ 49 ਵਾਰੀ ਆਉਂਦਾ ਹੈ। ਕਰਤਾਰ ਸ਼ਬਦ ਹੈ ਜਿਹੜਾ ਇਹ 210 ਵਾਰੀ ਆਉਂਦਾ ਹੈ। ਹਰੀ ਸ਼ਬਦ ਹੈ ਜਿਹੜਾ ਇਹ 8345 ਵਾਰੀ ਆਉਂਦਾ ਹੈ। ਖੁਦਾ ਸ਼ਬਦ 17 ਵਾਰੀ ਆਉਂਦਾ ਹੈ। ਗੋਬਿੰਦ ਸ਼ਬਦ ਹੈ ਜਿਹੜਾ 745 ਵਾਰੀ ਆਉਂਦਾ ਹੈ ਤੇ ਗੋਪਾਲ ਸ਼ਬਦ 491 ਵਾਰੀ ਆਉਂਦਾ ਹੈ। ਇਸ ਸੰਖੇਪ ਜਾਣਕਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਧੰਨ ਗੁਰੂ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਨਿਮਿਤ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀਆਂ ਜੋ ਲੜੀਵਾਰ ਵਿਚਾਰਾਂ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ, ਆਓ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਦੀਆਂ ਵਿਚਾਰਾਂ ਸਰਵਣ ਕਰੀਏ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਗਾਲੇ ਗਾਰਗ ਛੋਟਿਆ ਗੁਰ ਕੈ ਭੈ ਸਹਿਜ ਸੁਭਾਈ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ। ਗੁਰਸਿੱਖ ਜਿਹੜਾ ਪ੍ਰਭੂ ਪਰਮਾਤਮਾ ਦਾ ਦਾਸ ਹੈ, ਜਿਹੜਾ ਇਹ ਆਪਣੇ ਅੰਦਰ ਹੰਕਾਰ ਨਹੀਂ ਰੱਖਦਾ। ਗੁਰੂ ਦੀ ਸਿੱਖਿਆ ਦੇ ਨਾਲ ਇਹ ਹੰਕਾਰ ਛੱਡ ਦਿੰਦਾ ਹੈ। ਗੁਰ ਕੇ ਭੈ ਸਹਿਜ ਸੁਭਾਈ, ਤੇ ਗੁਰੂ ਦੇ ਭੈ ਦੇ ਵਿੱਚ ਰਹਿੰਦਾ ਹੈ। ਸਹਿਜ ਸੁਭਾਈ ਸੁਤੇ ਸਿੱਧ, ਗੁਰੂ ਦੇ ਭੈ ਦੇ ਨਾਲ ਸੁਤੇ ਸਿੱਧ ਹੀ ਗੁਰਸਿੱਖ ਦੇ ਅੰਦਰੋਂ ਹੰਕਾਰ ਹੈ ਜਿਹੜਾ ਇਸ ਦਾ ਨਾਸ ਹੋ ਜਾਂਦਾ ਹੈ। ਦੋ ਸ਼ਬਦ ਨੇ, ਇੱਕ ਸ਼ਬਦ ਕੱਲ੍ਹ ਆਇਆ ਸੀ, ਉਸ ਦੀਆਂ ਵਿਚਾਰਾਂ ਆਪਾਂ ਕੱਲ੍ਹ ਸਰਵਣ ਕੀਤੀਆਂ ਸਨ। ਧੰਨ ਗੁਰੂ ਮਹਾਰਾਜ ਜੀ ਦਾ ਇਹ ਦੂਸਰਾ ਸ਼ਬਦ ਹੈ, ਇਹ ਵੀ ਗੁਰਸਿੱਖ ਦੇ ਪਰਥਾਏ। ਇਹਦੇ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਗੁਰਸਿੱਖ ਦੀ ਰਹਿਣੀ ਬਹਿਣੀ ਜਿਹੜੀ ਉਹ ਦੱਸੀ ਹੈ। ਕੱਲ੍ਹ ਵਾਲੇ ਸ਼ਬਦ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਗੁਰਸਿੱਖ ਦਾ ਜੀਵਨ, ਗੁਰਸਿੱਖ ਦੀ ਰਹਿਣੀ ਬਹਿਣੀ ਦੱਸੀ ਸੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਲਾਲਾ ਜਿਹੜਾ ਉਸ ਪਰਮਾਤਮਾ ਦਾ ਦਾਸ ਹੈ, ਗੁਰੂ ਦਾ ਦਾਸ ਹੋ ਗਿਆ, ਗੁਰੂ ਦਾ ਗੁਲਾਮ ਹੋ ਗਿਆ, ਉਹ ਆਪਣੇ ਅੰਦਰੋਂ ਹੰਕਾਰ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਛੱਡ ਦਿੰਦਾ ਹੈ ਜੀ। ਲਾਲੇ ਖਸਮ ਪਛਾਣਿਆ ਕੱਟੀ ਵਡਿਆਈ। ਗੁਰਸਿੱਖ ਜਿਹੜਾ ਇਹ ਆਪਣੇ ਖਸਮ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਪਛਾਣ ਕਰ ਲੈਂਦਾ ਹੈ। ਆਪਣੇ ਅੰਦਰ ਵੱਡੀ ਵਡਿਆਈ, ਇਹ ਸਭ ਤੋਂ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ ਜੀ। ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿ ਨ ਜਾਈ। ਜਦੋਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਤੇ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇਹ ਕੀਮਤ ਹੈ ਜਿਹੜੀ ਇਹਨੂੰ ਪਾਇਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਕੀਮਤ ਕਹਿਣ ਨਾ ਜਾਈ, ਇਸ ਵਡਿਆਈ ਨੂੰ ਦੱਸਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਬਾਬਾ ਫਰੀਦ ਜੀ ਬੜੇ ਉਦਾਸ ਹੋ ਗਏ।
ਉਦਾਸ ਹੋ ਕੇ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਕਿ हे ਸੱਚੇ ਸਤਿਗੁਰੂ, ਵੇਖੋ ਉਮਰ ਗੁਜ਼ਰ ਗਈ ਹੈ, ਸਰੀਰ ਜਿਹੜਾ ਇਹ ਵੱਡਾ ਹੋ ਗਿਆ ਤੇ ਅਜੇ ਤੱਕ ਤੇਰੀ ਪ੍ਰਾਪਤੀ ਹੈ ਜਿਹੜੀ ਉਹ ਨਹੀਂ ਹੋਈ। ਉਸ ਵਕਤ ਫਿਰ ਆਕਾਸ਼ਬਾਣੀ ਹੋਈ। ਉਸ ਪ੍ਰਭੂ ਪਰਮਾਤਮਾ ਨੇ ਬਾਬਾ ਫਰੀਦ ਜੀ ਨੂੰ ਸੋਝੀ ਦਿੱਤੀ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੋ ਹੋਏ, ਜੇ ਤੂੰ ਮੇਰਾ ਹੋ ਰਹਿ ਸਭ ਜਗ ਤੇਰਾ ਹੋਏ। ਬਾਬਾ ਫਰੀਦ ਜੀ ਆਪ ਨੂੰ ਸਵਾਰਨਾ ਪੈਂਦਾ ਤੇ ਫਿਰ ਮੈਂ ਮਿਲਦਾ। ਪ੍ਰਭੂ ਪਰਮਾਤਮਾ ਕਹਿੰਦਾ ਮੈਂ ਫਿਰ ਮਿਲਾਂਗਾ ਤੈਨੂੰ, ਪਹਿਲੋਂ ਆਪ ਨੂੰ ਸਵਾਰ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੋ ਹੋਏ, ਜੇ ਤੂੰ ਮੈਨੂੰ ਮਿਲਣਾ ਨਾ ਤੇ ਆਪ ਨੂੰ ਸਵਾਰ, ਤੇ ਜੇ ਸੁਖ ਭਾਲਦਾ ਤੇ ਉਹ ਫਿਰ ਮੇਰੇ ਮਿਲਣ ਦੇ ਨਾਲ ਹੀ ਮਿਲੇਗਾ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਤੇ ਕਿਰਪਾ ਕਰਦੇ ਨੇ। ਗੁਰਸਿੱਖ ਜਿਹੜਾ ਜਦੋਂ ਹੰਕਾਰ ਛੱਡ ਦਿੰਦਾ ਏ, ਸੁਤੇ ਸਿੱਧ ਗੁਰੂ ਦੇ ਭੈ ਦੇ ਵਿੱਚ ਤੇ ਆਪਣੇ ਅੰਦਰੋਂ ਆਪਣੇ ਰੱਬ ਦੀ ਪਛਾਣ ਕਰ ਲੈਂਦਾ, ਇਹ ਵੱਡੀ ਵਡਿਆਈ ਉਸ ਨੂੰ ਪ੍ਰਾਪਤ ਹੁੰਦੀ ਹੈ। ਖਸਮ ਮਿਲਿਆ ਸੁਖ ਪਾਇਆ। ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਨਾਲ ਹੀ ਸੁਖ ਦੀ ਪ੍ਰਾਪਤੀ ਹੁੰਦੀ। ਕੀਮਤ ਕਹਿਣ ਨਾ ਜਾਈ, ਇਸ ਦੀ ਕੀਮਤ ਤੇ ਜਿਹੜੀ ਉਹ ਬਿਆਨ ਕਰਕੇ ਨਹੀਂ ਦੱਸੀ ਜਾ ਸਕਦੀ ਹੈ ਜੀ। ਲਾਲਾ ਗੋਲਾ ਖਸਮ ਕਾ ਖਸਮ ਵਡਿਆਈ। ਜਿਹੜਾ ਗੁਰਸਿੱਖ ਆਪਣੇ ਗੁਰੂ ਦਾ ਦਾਸ ਗੁਲਾਮ ਬਣ ਕੇ ਰਹਿੰਦਾ ਹੈ, ਇਹ ਵੀ ਗੁਰਸਿੱਖ ਨੂੰ ਗੁਰੂ ਦੇ ਵੱਲੋਂ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ ਜੀ। ਗੁਰ ਪ੍ਰਸਾਦੀ ਉਪਰੇ ਹਰਿ ਕੀ ਸ਼ਰਨਾਈ। ਗੁਰੂ ਦੀ ਕਿਰਪਾ ਦੇ ਨਾਲ ਹੀ ਗੁਰਸਿੱਖ ਜਿਹੜਾ ਇਸ ਭਵਜਲ ਦੇ ਵਿੱਚੋਂ ਬਚ ਕੇ ਰਹਿ ਜਾਂਦਾ ਹੈ। ਇਹ ਕਲਯੁਗ ਦੇ ਸਮੇਂ ਦੇ ਅੰਦਰ ਗੁਰਸਿੱਖ ਗੁਰੂ ਦੀ ਕਿਰਪਾ ਦੇ ਨਾਲ ਹੀ ਬਚ ਕੇ ਰਹਿੰਦਾ ਹੈ। ਹਰ ਕੀ ਸਰਨਾਈ, ਹਰੀ ਪਰਮਾਤਮਾ ਦੀ ਸ਼ਰਨ ਕਰਕੇ ਜੀ। ਰਹਾਉ ਲਾਲੇ ਨੂੰ ਸਰਕਾਰਿਆ ਕਰ ਕਸਮ ਫਰਮਾਈ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਵਿਸ਼ਰਾਮ ਲਾ ਕੇ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹਦੇ ਸਿਰ ਤੇ ਕਾਰ ਹੈ। ਸਿਰਕਾਰ ਦਾ ਅਰਥ ਹੁੰਦਾ ਜ਼ਿੰਮੇਦਾਰੀ। ਸਿਰਕਾਰ ਦਾ ਅਰਥ ਹੁੰਦਾ ਹੈ ਜ਼ਿੰਮੇਦਾਰੀ। ਲਾਲੇ ਨੋ ਸਿਰਕਾਰ ਹੈ, ਧੁਰ ਖਸਮ ਫਰਮਾਈ। ਧੁਰ ਅਕਾਲ ਪੁਰਖ ਵਾਹਿਗੁਰੂ ਨੇ ਨਾ ਆਪਣੇ ਦਰ ਤੋਂ ਆਪਣੇ ਗੁਰਸਿੱਖ ਨੂੰ ਇਹ ਕਾਰ, ਇਹ ਕੰਮ, ਇਹ ਜ਼ਿੰਮੇਦਾਰੀ ਦਿੱਤੀ ਹੋਈ ਹੈ ਜੀ। ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ। ਤੇ ਗੁਰਸਿੱਖ ਜਿਹੜਾ ਇਸ ਗੁਰੂ ਦੇ ਹੁਕਮ ਦੀ ਪਛਾਣ ਕਰਕੇ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਹੈ, ਉਹਦੀ ਰਜ਼ਾ ਦੇ ਵਿੱਚ ਰਹਿੰਦਾ ਹੈ। ਇਸ ਦੋ ਤੁਕਾਂ ਨੂੰ ਥੋੜਾ ਜਿਹਾ ਇੱਕ ਵਾਰੀ ਫਿਰ ਥੋੜਾ ਸਮਝਣਾ ਪਏਗਾ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰਸਿੱਖ ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਕੇ ਧੰਨ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਦੇ ਨੇ, ਭਜਨ ਬੰਦਗੀ ਸਿਮਰਨ ਕਰਦੇ ਨੇ, ਉਹਨਾਂ ਨੂੰ ਧੁਰ ਦਰਗਾਹ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਜ਼ਿੰਮੇਦਾਰੀ ਦਿੱਤੀ ਹੋਈ ਹੈ, ਭਈ ਤੁਸੀਂ ਇਹ ਕਰਨਾ ਹੈ। ਲਾਲੇ ਨੂੰ ਸਿਰਕਾਰ ਹੈ। ਧੁਰ ਦਰਗਾਹ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਜ਼ਿੰਮੇਦਾਰੀ ਦਾਈ ਹੋਈ ਹੈ ਗੁਰਸਿੱਖ ਨੂੰ। ਖਸਮੇ ਵਡਿਆਈ, ਇਹ ਉਸ ਵਾਹਿਗੁਰੂ ਦੀ ਵਡਿਆਈ। ਧੁਰ ਖਸਮ ਫਰਮਾਈ, ਤੇ ਇਹ ਧੁਰ ਦਰਗਾਹ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਫਰਮਾਨ ਹੈ। ਹੁਣ ਗੁਰਸਿੱਖ ਜਿਹੜਾ ਲਾਲੇ ਹੁਕਮ ਪਛਾਣਿਆ, ਗੁਰਸਿੱਖ ਜਿਹੜਾ ਗੁਰੂ ਦੇ ਇਸ ਹੁਕਮ ਦੀ ਪਛਾਣ ਵਾਲਾ ਹੋ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ, ਸੋਝੀ ਆ ਜਾਂਦੀ ਵੀ ਮੇਰੇ ਪਰਮਾਤਮਾ ਨੇ ਮੇਰੀ ਇਹ ਜ਼ਿੰਮੇਦਾਰੀ ਲਾਈ ਹੋਈ, ਸਦਾ ਰਹੇ ਰਜਾਈ। ਤੇ ਫਿਰ ਉਹਦੀ ਰਜਾ ਦੇ ਵਿੱਚ ਰਹਿ ਕੇ ਸਦੀਵੀ ਗੁਰਸਿੱਖੀ ਦਾ ਪ੍ਰਚਾਰ ਕਰਦਾ ਹੈ ਜੀ। ਆਪੇ ਮੀਰਾ ਬਖਸ਼ ਲਈ ਵੱਡੀ ਵਡਿਆਈ। ਤੇ ਆਪ ਹੀ ਉਹ ਸੱਚਾ ਸਤਿਗੁਰ ਸੱਚਾ ਪਾਤਸ਼ਾਹ ਆਪ ਹੀ ਫਿਰ ਆਪਣੇ ਗੁਰਸਿੱਖ ਨੂੰ ਬਖਸ਼ਣਾ ਕਰਦਾ ਹੈ। ਇਹ ਵੀ ਉਸ ਦੀ ਵੱਡੀ ਵਡਿਆਈ ਹੈ, ਕਿਉਂਕਿ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਇਆਂ ਵੀ ਕਈ ਵਾਰੀ ਮਨੁੱਖ ਤੋਂ ਗਲਤੀਆਂ ਹੋ ਜਾਂਦੀਆਂ ਨੇ। ਮਨੁੱਖ ਜਿਹੜਾ ਇਹ ਗਲਤੀ ਦਾ ਪੁਤਲਾ ਹੈ। ਬਾਈਬਲ ਦੇ ਅੰਦਰ ਇੱਕ ਤੁਕ ਦਰਜ ਟੂ ਏਰ ਹਿਊਮਨ। ਅਸੀਂ ਜਿਤਨੇ ਵੀ ਮਨੁੱਖ ਜਾਤੀ ਦੇ ਵਿੱਚ ਆ, ਸਾਰੇ ਦੇ ਸਾਰੇ ਅਸੀਂ ਗਲਤੀ ਦੇ ਪੁਤਲੇ ਹਾਂ। ਮਾਟੀ ਕਾ ਕਿਆ ਧੋਪੇ ਸੁਆਮੀ, ਮਾਨਸ ਕੀ ਕਰਤੇ ਹੀ, ਮਿੱਟੀ ਦਾ ਕੀ ਧੋਵਾਂਗੇ। ਜਿਵੇਂ ਮਿੱਟੀ ਧੋਤਿਆਂ ਸਾਫ਼ ਨਹੀਂ ਹੁੰਦੀ, ਮਿੱਟੀ ਤਾਂ ਮਿੱਟੀ ਰਹੇਗੀ, ਧੋ ਕੇ ਗਿੱਲੀ ਕਰ ਲਵਾਂਗੇ ਪਰ ਉਹ ਸਾਫ਼ ਨਹੀਂ ਹੁੰਦੀ। ਉਸੇ ਤਰ੍ਹਾਂ ਇਹ ਮਨੁੱਖਾ ਸਰੀਰ ਦਾ ਕੀ ਧੋਵਾਂਗੇ, ਇਹ ਵੀ ਮਿੱਟੀ ਦਾ ਬਣਿਆ ਹੋਇਆ ਹੈ।
ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਆਪੇ ਮੇਰਾ ਬਖਸ਼ ਲੈ। ਆਪ ਹੀ ਫਿਰ ਸੱਚਾ ਸਤਿਗੁਰ ਕਿਰਪਾ ਕਰਦਾ, ਬਖਸ਼ ਲੈਂਦਾ। ਵੱਡੀ ਵਡਿਆਈ, ਇਹ ਵੀ ਉਸ ਦੀ ਵਡਿਆਈ ਵੱਡੀ ਹੈ ਜੀ। ਆਪ ਸੱਚਾ ਸਭ ਸੱਚ ਹੈ, ਗੁਰ ਸ਼ਬਦ ਬੁਝਾਈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ ਤੇ ਉਹਦਾ ਕੀਤਾ ਹੋਇਆ ਸਾਰਾ ਕੁਝ ਹੀ ਸੱਚ ਹੈ। ਗੁਰ ਸ਼ਬਦ ਬੁਝਾਈ, ਗੁਰੂ ਹੈ ਜਿਹੜਾ ਆਪਣੇ ਸ਼ਬਦ ਦੇ ਨਾਲ ਆਪਣੇ ਗੁਰਸਿੱਖ ਨੂੰ ਇਹ ਸੋਝੀ ਦੇ ਦਿੰਦਾ ਹੈ ਵੀ ਇਹ ਸੰਸਾਰ ਹੈ ਜਿਹੜਾ ਉਹ ਸੱਚੇ ਸਤਿਗੁਰ ਦਾ ਬਣਾਇਆ ਹੋਇਆ ਹੈ। ਉਹ ਆਪ ਸੱਚਾ ਹੈ ਤੇ ਉਹ ਸੱਚੇ ਨੇ ਸਾਰਾ ਕੁਝ ਸਭ ਸੱਚ ਹੀ ਬਣਾਇਆ ਹੈ ਜੀ। ਤੇਰੀ ਸੇਵਾ ਸੋ ਕਰੇ, ਜਿਸਨੋ ਦੇਹ ਤੂੰ ਲਾਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਸੇਵਾ ਹੈ ਸੱਚੇ ਸਤਿਗੁਰੂ ਜੀ ਤੇਰੀ, ਇਹ ਸੇਵਾ ਉਹ ਹੀ ਕਰਦਾ ਜਿਸ ਨੂੰ ਇਹ ਸੇਵਾ ਦੇ ਵਿੱਚ ਤੂੰ ਲਾ ਲੈਣਾ ਹੈ। ਤੇਰੀ ਸੇਵਾ ਸੋ ਕਰੇ, ਉਹ ਗੁਰਮੁਖ ਪਿਆਰਾ ਗੁਰਸਿੱਖ ਤੇਰੀ ਸੇਵਾ ਕਰਦਾ ਹੈ ਜਿਸ ਨੂੰ ਲਹਿ ਤੂੰ ਲਾਈ, ਜਿਸ ਨੂੰ ਇਸ ਲਾਹੇ ਦੇ ਵਿੱਚ ਤੂੰ ਲਾ ਦਿੰਦਾ ਹੈ ਜੀ। ਬਿਨ ਸੇਵਾ ਕਿਨੈ ਨ ਪਾਇਆ, ਦੂਜਾ ਭਰਮ ਖੁਆਈ। ਤੇ ਸੇਵਾ ਤੋਂ ਬਿਨਾ ਪ੍ਰਾਪਤ ਵੀ ਕਿਸੇ ਨੂੰ ਨਹੀਂ ਹੁੰਦਾ। ਬਿਨ ਸੇਵਾ ਕਿੰਨੇ ਨਾ ਪਾਇਆ, ਸੇਵਾ ਤੋਂ ਬਿਨਾ ਪ੍ਰਾਪਤ ਵੀ ਕਿਸੇ ਨੂੰ ਨਹੀਂ ਹੁੰਦਾ। ਦੂਜੇ ਭਰਮ ਖੁਆਈ, ਜੇ ਕੋਈ ਸੇਵਾ ਤੋਂ ਬਿਨਾ ਪ੍ਰਾਪਤ ਕਰਨ ਦੇ ਬਾਰੇ ਸੋਚਦਾ ਨਾ ਤੇ ਇਹ ਦੂਜੇ ਦੇ ਵਿੱਚ ਪੈ ਗਿਆ, ਦਵੰਦ ਦੇ ਵਿੱਚ ਪੈ ਗਿਆ। ਇਹ ਭਰਮ ਹੈ ਖੁਆਈ, ਇਹ ਖੁਆਰ ਹੋਵੇਗਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਖੁਆਰ ਹੋਏਗਾ, ਇਹ ਦਵੰਦ ਦੇ ਵਿੱਚ ਪੈ ਗਿਆ। ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ ਜਿਹੜੀ ਇਹ ਸੇਵਾ ਦੇ ਨਾਲ ਹੁੰਦੀ ਹੈ ਜੀ। ਸੋ ਕਿਉ ਮਨੋ ਵਿਸਾਰੀਐ, ਨਿਤ ਦੀਵੈ ਚੜੈ ਸਵਾਇਆ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਮਨ ਦੇ ਵਿੱਚੋਂ ਕਿਉਂ ਵਿਸਾਰਨਾ ਕਰੀਏ। ਸੋ ਕਿਉ ਮਨੋ ਵਿਸਾਰੀਏ, ਨਿਤ ਦੇਵੇ ਚੜੇ ਸਵਾਇਆ। ਜਿੰਦੀ ਕਿਰਪਾ ਦੇ ਨਾਲ ਹਰ ਰੋਜ਼ ਸਿਮਰਨ ਵੀ ਸਵਾਇਆ ਹੁੰਦਾ ਹੈ, ਬੰਦਗੀ ਵੀ ਸਵਾਈ ਹੁੰਦੀ ਹੈ, ਸੇਵਾ ਵੀ ਸਮਾਈ ਹੁੰਦੀ ਹੈ। ਅੱਜ ਦੇ ਨਾਲੋਂ ਅਗਲੇ ਦਿਨ ਜ਼ਿਆਦੇ ਚਾਅ ਦੇ ਨਾਲ ਜਿਹੜਾ ਸਿਮਰਨ ਸੇਵਾ ਤੇ ਬੰਦਗੀ ਕਰਨੀ ਹੈ ਇਹ ਸਵਾਇਆ ਹੋ ਜਾਂਦਾ ਹੈ। ਸੋ ਕਿਉਂ ਮਨੋ ਵਿਸਾਰੀਏ, ਤੇ ਫਿਰ ਉਹ ਸੱਚੇ ਸਤਿਗੁਰੂ ਨੂੰ ਆਪਣੇ ਮਨ ਦੇ ਵਿੱਚੋਂ ਅਸੀਂ ਕਿਉਂ ਵਿਸਾਰਨਾ ਕਰੀਏ ਜੀ। ਜਿਉ ਪਿੰਡ ਸਭ ਤੇ ਸਦਾ, ਸਾਹੋ ਤਿਨੈ ਵਿਚ ਪਾਇਆ। ਇਹ ਸਰੀਰ ਵੀ ਉਸ ਦਾ ਹੈ ਤੇ ਇਹਦੇ ਵਿੱਚ ਜੀਵ ਆਤਮਾ ਜਿਹੜੀ ਇਹ ਵੀ ਉਸ ਦੀ ਹੈ। ਇਹਦੇ ਵਿੱਚ ਜਿਹੜੇ ਸਾਹ ਚੱਲਦੇ ਨੇ ਇਹ ਵੀ ਉਸ ਦੇ ਨੇ। ਜੀਉ ਪਿੰਡ ਸਭ ਤਿਸ ਕਾ, ਸਰੀਰ ਤੇ ਇਹਦੇ ਵਿੱਚ ਜੋ ਜੀਵ ਆਤਮਾ ਹੈ ਇਹ ਉਸ ਪ੍ਰਭੂ ਪਰਮਾਤਮਾ ਦੀ ਤਿੰਨੇ ਵਿੱਚ ਪਾਇਆ। ਤੇ ਇਹਦੇ ਅੰਦਰ ਜਿਹੜਾ ਸਾਹ ਚੱਲ ਰਿਹਾ ਹੈ ਇਹ ਵੀ ਉਸ ਵਾਹਿਗੁਰੂ ਦਾ ਪਾਇਆ ਹੋਇਆ ਹੈ ਜੀ। ਜਾ ਕਿਰਪਾ ਕਰੇ ਤਾਂ ਸੇਵੀਐ, ਸੇਵ ਸੱਚ ਸਮਾਇਆ। ਜੇ ਉਹ ਕਿਰਪਾ ਕਰੇ ਤੇ ਫਿਰ ਹੀ ਉਹਦਾ ਸਿਮਰਨ ਹੁੰਦਾ ਹੈ। ਬਿਨਾਂ ਉਸ ਦੀ ਕਿਰਪਾ ਤੋਂ ਉਸ ਦਾ ਸਿਮਰਨ ਨਹੀਂ ਹੁੰਦਾ। ਸੇਵ ਸੱਚ ਸਮਾਇਆ, ਇਸ ਤਰ੍ਹਾਂ ਉਹਦਾ ਸਿਮਰਨ ਕਰਕੇ ਇਹ ਸੇਵਾ ਜਿਹੜੀ ਹੈ ਇਹਦੇ ਨਾਲ ਸੱਚ ਦੇ ਵਿੱਚ ਅਭੇਦ ਹੋ ਜਾਂਦਾ ਹੈ। ਗੁਰਸਿੱਖ ਜਿਹੜਾ ਇਹਦੇ ਜੀਵਨ ਦੇ ਵਿੱਚ ਦੋ ਕੰਮ ਨੇ ਜਿਹੜੇ ਇਹ ਬੜੇ ਜ਼ਰੂਰੀ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਸੇਵਾ ਵੀ ਨਹੀਂ ਛੱਡਣੀ ਤੇ ਸਿਮਰਨ ਹੈ ਜਿਹੜਾ ਇਹ ਵੀ ਨਹੀਂ ਛੱਡਣਾ। ਜਿਵੇਂ ਨਿਤਨੇਮ ਜ਼ਰੂਰੀ ਹੈ ਐਵੇਂ ਸੇਵਾ ਤੇ ਸਿਮਰਨ ਨੇ ਜਿਹੜਾ ਇਹ ਜ਼ਰੂਰੀ ਹੈ। ਜਿਵੇਂ ਗੁਰਸਿੱਖ ਦੇ ਲਈ ਧਰਮ ਦੀ ਕਮਾਈ ਜ਼ਰੂਰੀ ਹੈ ਐਵੇਂ ਜਿਵੇਂ ਸੇਵਾ ਤੇ ਸਿਮਰਨ ਨੇ ਜਿਹੜਾ ਇਹ ਦੋਵੇਂ ਜ਼ਰੂਰੀ ਨੇ। ਨਾ ਕੱਲੀ ਸੇਵਾ ਦੇ ਨਾਲ ਤੇ ਨਾ ਕੱਲੇ ਸਿਮਰਨ ਦੇ ਨਾਲ। ਸੇਵਾ ਕਰੇਗਾ ਸਿਮਰਨ ਕਰੇਗਾ ਤੇ ਫਿਰ ਕਿਤੇ ਜਾ ਕੇ ਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਜਿਹੜੀ ਇਹ ਹੁੰਦੀ ਹੈ। ਸਿਮਰਨ ਦੇ ਨਾਲ ਮਨ ਜਿਹੜਾ ਇਹ ਪਵਿੱਤਰ ਹੁੰਦਾ ਹੈ, ਸੇਵਾ ਦੇ ਨਾਲ ਜਿਹੜਾ ਤਨ ਹੈ ਇਹ ਪਵਿੱਤਰ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਸਿੱਖ ਜਿਹੜਾ ਗੁਰੂ ਦੀ ਸੇਵਾ ਤੇ ਸਿਮਰਨ ਕਰਦਾ ਹੋਇਆ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਸੇਵ ਸੱਚ ਸਮਾਇਆ ਤੇ ਇਸ ਤਰ੍ਹਾਂ ਸੇਵਾ ਸਿਮਰਨ ਕਰਕੇ ਸੱਚ ਦੇ ਵਿੱਚ ਅਭੇਦ ਹੋ ਜਾਂਦਾ ਹੈ ਜੀ। ਲਾਲਾ ਸੋ ਜੀਵਤ ਮਰੈ, ਮਨ ਵਿੱਚ ਹੋ ਆਪ ਵਿੱਚ ਹੋ ਪਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਲਾਲਾ ਸੋ ਜੀਵਤ ਮਰੇ, ਮਨ ਵਿੱਚੋਂ ਆਪ ਗਵਾਇਆ। ਗੁਰਸਿੱਖ ਹੋਏ ਜਿਹੜਾ ਜਿਉਂਦਾ ਹੋਇਆ ਆਪਣੇ ਅੰਦਰੋਂ ਆਪਾਪਨ ਜਿਹੜਾ ਉਸ ਨੂੰ ਮਾਰ ਲੇ। ਆਪ ਮਰੇ ਤੋਂ ਭਾਵ ਹੁੰਦਾ ਆਪਾਪਨ, ਜਿਹੜਾ ਆਪ ਦੇ ਵਾਸਤੇ ਸੋਚਣਾ ਨਾ ਇਹ ਆਪਾਪਨ ਹੈ। ਗੁਰਸਿੱਖ ਲਾਲਾ ਸੋ ਜੀਵਤ ਮਰੇ, ਗੁਰਸਿੱਖ ਹੋਏ ਜਿਹੜਾ ਆਪਾ ਭਾਵ ਤੋਂ ਮਰ ਜਾਂਦਾ ਹੈ, ਮਰ ਵਿੱਚੋਂ ਆਪ ਗਵਾਇਆ। ਤੇ ਇਸ ਤਰ੍ਹਾਂ ਆਪਾ ਭਾਵ ਦੇ ਵਿੱਚੋਂ ਮਰ ਕੇ ਤੇ ਵਿੱਚੋਂ ਆਪ ਹੀ ਜਿਹੜਾ ਭਾਵ ਆਪਾ ਹੰਕਾਰ ਹੈ ਜਿਹੜਾ ਉਸ ਨੂੰ ਗਵਾ ਲੈਣਾ ਹੈ ਜੀ।
ਬੰਧਨ ਟੂਟੈ ਮੁਕਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਕਰਮਾਂ ਦੇ ਬੰਧਨ ਟੁੱਟ ਜਾਂਦੇ ਨੇ, ਮੁਕਤ ਹੋ ਜਾਈਦਾ, ਤ੍ਰਿਸ਼ਨਾ ਦੀ ਅੱਗ ਜਿਹੜੀ ਇਹ ਬੁਝ ਜਾਂਦੀ ਹੈ ਜੀ। ਸਭ ਮਹਿ ਨਾਮ ਨਿਦਾਨ ਹੈ, ਗੁਰਮੁਖ ਕੋ ਪਾਏ। ਸਾਰਿਆਂ ਦੇ ਵਿੱਚੋਂ ਜਿਹੜਾ ਨਾਮ ਦਾ ਖਜ਼ਾਨਾ ਹੈ ਨਾ, ਇਹ ਮਹਾਨ ਹੈ। ਸਭ ਮੈਂ ਨਾਮ ਨਿਧਾਨ ਹੈ, ਤੇ ਨਾਮ ਦਾ ਖਜ਼ਾਨਾ ਜਿਹੜਾ ਇਹ ਹੈ ਵੀ ਸਾਰਿਆਂ ਦੇ ਵਿੱਚ। ਗੁਰਮੁਖ ਕੋ ਪਾਏ, ਪਰ ਇਸ ਨੂੰ ਪ੍ਰਾਪਤ ਕਰਨ ਦੇ ਲਈ ਜਿਹੜਾ ਗੁਰਮੁਖਤਾਈ ਵਾਲਾ ਜੀਵਨ ਹੈ ਇਹ ਹੋਣਾ ਜ਼ਰੂਰੀ ਹੈ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਜਿੱਥੇ ਸਾਨੂੰ ਧੰਨ ਗੁਰਬਾਣੀ ਦੇ ਨਾਲ ਜੋੜਿਆ, ਨਾਮ ਦੇ ਨਾਲ ਜੋੜਿਆ, ਸਿਮਰਨ ਦੇ ਨਾਲ ਜੋੜਿਆ, ਉੱਥੇ ਗੁਰੂ ਮਹਾਰਾਜ ਜੀ ਨੇ ਇਹ ਵੀ ਸਾਡੇ ਤੇ ਇੱਕ ਵੱਡੀ ਕਿਰਪਾ ਕੀਤੀ ਹੈ। ਸਾਨੂੰ ਨਾਲ ਇਹ ਦੱਸਿਆ ਵੀ ਗੁਰਮੁਖ ਪਿਆਰਿਆ ਗੁਰਮੁਖ ਬਣੀ, ਕੱਲਾ ਗੁਰਸਿੱਖ ਨਾ ਬਣੀ। ਗੁਰਸਿੱਖ ਤਾਂ ਤੂੰ ਹੈ, ਪਰ ਗੁਰਮੁਖ ਗੁਰਸਿੱਖ ਬਣੀ। ਤੇਰੇ ਅੰਦਰ ਗੁਰਮੁਖਤਾਈ ਜਿਹੜੀ ਇਹ ਹੋਣੀ ਚਾਹੀਦੀ ਹੈ। ਇਹ ਹੁਣ ਗੁਰਮੁਖ ਕੀ ਹੈ? ਜਿਵੇਂ ਚਿੜੀ ਦਾ ਬੱਚਾ ਹੁੰਦਾ ਹੈ, ਉਹ ਆਪਣੀ ਮਾਂ ਦੇ ਮੂੰਹ ਦੇ ਵਿੱਚੋਂ ਹਰ ਪ੍ਰਕਾਰ ਦੀ ਚੋਗ ਨੂੰ ਪ੍ਰਾਪਤ ਕਰਕੇ ਤੇ ਉੱਡਣ ਦੇ ਯੋਗਾ ਹੋ ਜਾਂਦਾ ਹੈ। ਬੱਚੇ ਨੇ ਕਦੀ ਇਹ ਨਹੀਂ ਆਖਿਆ ਵੀ ਚਿੜੀ ਤੂੰ ਆ ਲਿਆਈ ਹੈ, ਮੈਂ ਆ ਖਾਣਾ ਤੇ ਆ ਨਹੀਂ ਖਾਣਾ। ਜੋ ਵੀ ਉਸ ਦੀ ਮਾਂ ਲੈ ਕੇ ਆਉਂਦੀ ਹੈ ਉਹ ਚੁੱਪ ਕਰਕੇ ਬਿਨਾਂ ਵੇਖੇ ਤੋਂ ਮਾਂ ਦੇ ਮੂੰਹ ਦੇ ਵਿੱਚ ਮੂੰਹ ਪਾ ਕੇ ਤੇ ਉਸ ਨੂੰ ਖਾ ਲੈਂਦਾ ਹੈ। ਉਸੇ ਤਰ੍ਹਾਂ ਜਿਹੜਾ ਗੁਰਸਿੱਖ ਹੈ, ਗੁਰੂ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਗੁਰਬਾਣੀ ਜਿਹੜੀ ਹੈ, ਗੁਰੂ ਵਚਨ ਨੇ ਜਿਹੜੇ, ਇਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਣਾ ਹੀ ਗੁਰਮੁਖ ਕਹਾਉਂਦਾ ਹੈ। ਗੁਰਮੁਖ ਦੀ ਜੇ ਆਪਾਂ ਵਿਆਖਿਆ ਕਰੀਏ ਤੇ ਗੁਰਮੁਖ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਇਸ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੀ ਅੰਦਰ ਚਾਹਨਾ ਰੱਖਦਾ ਹੋਵੇ। ਇਸ ਦੇ ਨਾਲ ਜੋ ਸਹਾਇਕ ਸਾਧਨ ਨੇ ਸਿਮਰਨ ਤੇ ਸੇਵਾ, ਉਹਨਾਂ ਨੂੰ ਚਾਅ ਦੇ ਨਾਲ ਕਰਦਾ ਹੋਵੇ। ਬੱਤਾ ਚੱਟੀ ਨਾ ਹੋਵੇ, ਅੰਦਰ ਚਾਅ ਸ਼ੌਂਕ ਹੋਵੇ ਸੇਵਾ ਤੇ ਸਿਮਰਨ ਕਰਨ ਦਾ। ਸੇਵਾ ਤੇ ਸਿਮਰਨ ਕਰਦਾ ਹੋਇਆ ਜਿਹੜਾ ਖਿਆਲ ਨੇ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੋਵੇ, ਉਸ ਨੂੰ ਆਪਾਂ ਗੁਰਮੁਖ ਆ ਸਕਦੇ ਹਾਂ। ਸੋ ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਸਭ ਮੈਂ ਨਾਮ ਨਿਧਾਨ ਹੈ। ਸਾਰਿਆਂ ਦੇ ਅੰਦਰ ਹੀ ਪ੍ਰਭੂ ਪਰਮਾਤਮਾ ਦਾ ਨਾਮ ਹੈ, ਨਾਮ ਦਾ ਖਜ਼ਾਨਾ ਹੈ। ਪਰ ਜਿਹੜਾ ਗੁਰਮੁਖ ਹੈ, ਗੁਰਮੁਖ ਕੋ ਪਾਏ, ਜਿਹੜਾ ਕੋਈ ਗੁਰਮੁਖ ਹੈ ਭਾਈ, ਉਹ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ ਜੀ। ਲਾਲੇ ਵਿੱਚ ਗੁਰ ਕਿਛ ਨਹੀਂ, ਲਾਲਾ ਅਵਗਣਿਆਰ। ਧੰਨ ਗੁਰੂ ਮਹਾਰਾਜ ਜੀ ਨੇ ਬੜੀ ਹਲੀਮਤਾਈ ਦੇ ਨਾਲ ਪਾਵਨ ਸ਼ਬਦ ਦਰਜ ਕੀਤੇ ਨੇ। ਗੁਰਸਿੱਖ ਦੇ ਵਿੱਚ ਗੁਣ ਕੋਈ ਨਹੀਂ, ਲਾਲਾ ਅਵਗਣਿਆਰ। ਗੁਰਸਿੱਖ ਜਿਹੜਾ ਇਹ ਔਗਣਾ ਦਾ ਭਰਿਆ ਹੋਇਆ ਹੈ। ਗੁਰੂ ਕਿਰਪਾ ਕਰਦਾ ਹੈ, ਆਪਣੇ ਗੁਰਸਿੱਖ ਦੇ ਅੰਦਰੋਂ ਔਗਣ ਕੱਢ ਕੇ, ਰਹਿਮਤ ਕਰਕੇ ਤੇ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਣਵੰਤਿਆ ਗੁਣ ਦੇ, ਉਹ ਪ੍ਰਭੂ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਤੇ ਆਪਣੇ ਗੁਰਸਿੱਖਾਂ ਨੂੰ ਗੁਣਾਂ ਦੀ ਦਾਤ ਦਿੰਦਾ ਹੈ। ਗੁਣ ਲੈ ਕੇ ਗੁਰਸਿੱਖ ਇਹ ਸੇਵਾ ਕਰਨੀ, ਇਹ ਵੀ ਇੱਕ ਗੁਣ ਹੈ। ਸਿਮਰਨ ਕਰਨਾ, ਇਹ ਵੀ ਇਹ ਗੁਣ ਹੈ। ਇਹ ਗੁਣ ਨੇ ਜਿਹੜੇ ਉਸ ਪ੍ਰਭੂ ਪਰਮਾਤਮਾ ਤੋਂ ਪ੍ਰਾਪਤ ਹੁੰਦੇ ਨੇ। ਜਿਹਨੂੰ ਇਹ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ, ਉਹ ਸੰਸਾਰ ਦੇ ਅੰਦਰ ਜੀ ਤਾਂ ਰਿਹਾ ਹੈ, ਵਿਚਰ ਤਾਂ ਰਿਹਾ ਹੈ, ਪਰ ਇਸ ਪਾਸੇ ਨਹੀਂ ਲੱਗ ਸਕਦਾ। ਸੇਵਾ ਤੇ ਸਿਮਰਨ ਵਾਲੇ ਪਾਸੇ ਕੇਵਲ ਉਹ ਹੀ ਲੱਗੇਗਾ ਜਿਹਨੂੰ ਵਾਹਿਗੁਰੂ ਨੇ ਇਹ ਗੁਣ ਦੇ ਦਿੱਤੇ ਨੇ, ਭਈ ਤੂੰ ਸੇਵਾ ਤੇ ਸਿਮਰਨ ਕਰਨਾ ਹੈ। ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣਿਆਰ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰਸਿੱਖ ਦੇ ਅੰਦਰ ਇਤਨੀ ਹਲੀਮਤਾਈ ਹੁੰਦੀ ਹੈ, ਉਹ ਪ੍ਰਭੂ ਪਰਮਾਤਮਾ ਦੇ ਬਖਸ਼ੇ ਹੋਏ ਗੁਣਾਂ ਦੀ ਦਾਤ ਹੈ ਜਿਹੜੀ, ਉਸ ਦੇ ਨਾਲ ਹੀ ਗੁਰੂ ਮਹਾਰਾਜ ਜੀ ਦਾ ਸੇਵਾ ਤੇ ਸਿਮਰਨ ਕਰਦਾ ਹੈ ਜੀ। ਦਾਤਾ ਤੁਧ ਜੀਵਨ ਦਾਤਾ ਕੋ ਨਹੀਂ, ਤੂੰ ਬਖਸ਼ਣਹਾਰ। ਦਾਤਾ ਕਹਿੰਦੇ ਨੇ ਦਾਤਾਂ ਦੇਣ ਵਾਲੇ ਨੂੰ, ਤੁਧ ਜੀਵਨ ਦਾਤਾ ਕੋ ਨਹੀਂ। ਹੇ ਮੇਰੇ ਵਾਹਿਗੁਰੂ, ਤੇਰੇ ਵਰਗਾ ਦਾਤਾ ਹੋਰ ਕੋਈ ਨਹੀਂ, ਤੇਰੇ ਵਰਗਾ ਦਾਤਾਂ ਦੇਣ ਵਾਲਾ ਹੋਰ ਕੋਈ ਨਹੀਂ। ਤੂੰ ਬਖਸ਼ਣਹਾਰ, ਤੂੰ ਦਾਤਾਂ ਦੇ ਕੇ ਤੇ ਬਖਸ਼ਣ ਵਾਲਾ ਵੀ ਤੂੰ ਹੈ। ਅਸੀਂ ਸਮਾਜ ਦੇ ਅੰਦਰ ਵਿਚਰਦੇ ਹਾਂ, ਵੇਖਦੇ ਹਾਂ, ਕਈ ਵਾਰੀ ਨਾ ਅਸੀਂ ਆਪ ਦੇ ਕੋਲੋਂ ਵਾਹਿਗੁਰੂ ਦੇ ਦਿੱਤੇ ਹੋਏ ਗੁਣਾਂ ਦੀ ਜਿਹੜੀ ਦਾਤ ਹੈ, ਉਹਦਾ ਥੋੜਾ ਬਹੁਤ ਕਿਸੇ ਦਾ ਭਲਾ ਕਰ ਲੈਂਦੇ ਹਾਂ ਤੇ ਫਿਰ ਬੜਾ ਮਨ ਦੇ ਵਿੱਚ ਪਛਤਾਵਾ ਹੁੰਦਾ ਵੀ ਇਹਦਾ ਮੈਂ ਆ ਭਲਾ ਕਰ ਦਿੱਤਾ। ਜੇ ਮੈਂ ਨਾ ਇਹਦਾ ਆ ਭਲਾ ਕਰਦਾ ਤੇ ਇਹਨੇ ਅੱਜ ਇੱਥੇ ਨਹੀਂ ਸੀ ਹੋਣਾ। ਇਹ ਹੁਣ
ਮਨੁੱਖ ਦੇ ਅੰਦਰ ਜਿਹੜੀ ਇਹ ਈਰਖਾ ਆ ਗਈ ਹੈ, ਇਹ ਦਵੈਸ਼ ਆ ਗਈ ਹੈ, ਉਹ ਪ੍ਰਭੂ ਪਰਮਾਤਮਾ ਜਿਹੜਾ ਉਹਦੇ ਅੰਦਰ ਇਸ ਤਰ੍ਹਾਂ ਦੀ ਈਰਖਾ ਤੇ ਦਵੈਸ਼ ਨਹੀਂ। ਤਿਲ ਨਾ ਤਮਾਏ, ਉਹ ਇਸ ਤਰ੍ਹਾਂ ਦੀ ਤਮਾ ਹੀ ਨਹੀਂ ਕਰਦਾ। ਜਿਹੜੇ ਅਸੀਂ ਮਨੁੱਖ ਹਾਂ, ਸਾਡੇ ਅੰਦਰ ਤਮਾ ਹੈ, ਪਰ ਪਰਮਾਤਮਾ ਦੇ ਅੰਦਰ ਤਿਲ ਮਾਤਰ ਵੀ ਇਸ ਤਰ੍ਹਾਂ ਦੀ ਤਮਾ ਨਹੀਂ। ਉਹ ਦਾਤਾ ਹੈ ਤੇ ਦਾਤਾਂ ਜਿਹੜੀਆਂ ਨੇ ਉਹ ਵੰਡ ਰਿਹਾ ਹੈ, ਗੁਣ ਨੇ ਜਿਹੜੇ ਉਹ ਵੰਡ ਰਿਹਾ ਹੈ। ਤੁਧ ਜੇਵੜ ਦਾਤਾ ਕੋਣੀ, ਹੈ ਮੇਰੇ ਵਾਹਿਗੁਰੂ ਤੇਰੇ ਵਰਗਾ ਦੁਨੀਆ ਦੇ ਅੰਦਰ ਹੋਰ ਕੋਈ ਦਾਤਾ ਨਹੀਂ ਜਿਹੜਾ ਦਾਤ ਦੇ ਕੇ ਨਾ ਪਛਤਾਉਂਦਾ ਹੋਵੇ। ਬਾਕੀ ਸਾਰੇ ਨੇ ਜਿਹੜੇ ਉਹ ਕਿਸੇ ਦਾ ਕੋਈ ਭਲਾ ਕਰਕੇ ਪਛਤਾਉਣ ਵਾਲੇ ਨੇ। ਤੂੰ ਬਖਸ਼ਣਹਾਰ ਤੇ ਤੂੰ ਸਾਰਿਆਂ ਨੂੰ ਬਖਸ਼ਣ ਵਾਲਾ ਹੈ ਜੀ। ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਤੇਰਾ ਗੁਰਸਿੱਖ ਹੈ ਜਿਹੜਾ ਉਹ ਤੇਰੇ ਹੁਕਮ ਨੂੰ ਮੰਨਦਾ ਹੈ। ਇਹ ਗੁਰਸਿੱਖ ਦੀ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਹੈ। ਗੁਰਸਿੱਖ ਹੈ ਜਿਹੜਾ ਉਹ ਆਪਣੇ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਗੁਰਸਿੱਖ ਵਾਸਤੇ ਇਹ ਸਾਰਿਆਂ ਤੋਂ ਸ੍ਰੇਸ਼ਟ ਕੰਮ ਹੈ ਜੀ। ਗੁਰ ਸਾਗਰ ਅੰਮ੍ਰਿਤ ਕਰ ਜੋ ਇੱਛੇ ਸੋ ਫਲ ਪਾਏ। ਗੁਰੂ ਹੈ ਜਿਹੜਾ ਇਹ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਦਾ ਸਾਗਰ ਹੈ। ਇਹਦੇ ਵਿੱਚ ਥੋੜ ਕੋਈ ਨਹੀਂ। ਜਿਸ ਤਰ੍ਹਾਂ ਦਾ ਗੁਰਸਿੱਖ ਇਹ ਸ਼ਦਾਨਾ ਫਿਰ ਗੁਰੂ ਦੇ ਦਰ ਤੋਂ ਉਹਨੂੰ ਉਸ ਤਰ੍ਹਾਂ ਦਾ ਫਲ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ ਜੀ। ਨਾਮ ਪਦਾਰਥ ਅਮਰ ਹੈ ਜਰਤੈ ਮਨ ਵਸਾਏ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਨਾਮ ਹੈ ਜਿਹੜਾ ਇਹ ਪਦਾਰਥ ਦੇ ਰੂਪ ਦੇ ਵਿੱਚ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਤੇ ਇਹ ਹੈ ਵੀ ਅਮਰ। ਹਿਰਦੇ ਮਨ ਵਸਾਏ, ਗੁਰਸਿੱਖ ਜਿਹੜਾ ਉਹ ਆਪਣੇ ਹਿਰਦੇ ਤੇ ਮਨ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਵਸਾ ਲੈਂਦਾ ਹੈ, ਗੁਰੂ ਜੀ ਦੇ ਨਾਮ ਨੂੰ ਵਸਾ ਲੈਂਦਾ ਹੈ। ਗੁਰੂ ਮਹਾਰਾਜ ਜੀ ਦਾ ਨਾਮ ਹੈ ਜਿਹੜਾ ਇਹ ਪਦਾਰਥ ਹੈ, ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ ਪਦਾਰਥ ਦੇ ਰੂਪ ਦੇ ਵਿੱਚ। ਗੁਰਸਿੱਖ ਗੁਰੂ ਮਹਾਰਾਜ ਜੀ ਦੇ ਨਾਮ ਨੂੰ ਹਿਰਦੇ ਮਨ ਦੇ ਵਿੱਚ ਵਸਾ ਕੇ ਰੱਖਦਾ ਹੈ ਜੀ। ਗੁਰ ਸੇਵਾ ਸਦਾ ਸੁਖ ਹੈ ਜਿਸਨੋ ਹੁਕਮ ਮਨਾਏ। ਗੁਰੂ ਦੀ ਸੇਵਾ ਦੇ ਵਿੱਚ ਸਦੀਵੀ ਸੁਖ ਹੈ, ਪਰ ਸੇਵਾ ਉਹ ਕਰਦਾ ਹੈ ਜਿੰਦੇ ਤੋਂ ਆਪਣਾ ਹੁਕਮ ਮਨਾਉਣ ਦੀ ਸਮਰੱਥਾ ਦੇ ਦਿੰਦਾ ਹੈ, ਜਿਹਨੂੰ ਇਸ ਦੇ ਯੋਗ ਬਣਾ ਦਿੰਦਾ ਹੈ ਵੀ ਤੂੰ ਗੁਰੂ ਦਾ ਹੁਕਮ ਮੰਨਣਾ ਹੈ। ਗੁਰੂ ਦਾ ਹੁਕਮ ਮੰਨਣ ਵਾਲਾ ਜਿਹੜਾ ਉਹੀ ਇਹ ਸੇਵਾ ਕਰਦਾ ਹੈ ਜੀ। ਸੋਇ ਨਾ ਰੂਪਾ ਧਾਤ ਹੈ ਮਾਟੀ ਰਲ ਜਾਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਆਖਰੀ ਪੌੜੀ ਦੇ ਅੰਦਰ ਸਾਨੂੰ ਦੱਸਿਆ ਸੰਸਾਰ ਦੇ ਜਿਹੜੇ ਨੇ ਮਾਇਆਵੀ ਪਦਾਰਥ ਨੇ। ਸੋਨਾ ਰੂਪਾ ਆਖਦੇ ਨੇ ਚਾਂਦੀ ਨੂੰ, ਸੋਨਾ ਤੇ ਰੂਪਾ ਭਾਵ ਜਿਤਨੀਆਂ ਵੀ ਇਸ ਸੰਸਾਰ ਦੇ ਅੰਦਰ ਮਾਇਕੀ ਦੌਲਤਾਂ ਨੇ, ਮਾਇਕੀ ਪਦਾਰਥ ਨੇ, ਸਭ ਧਾਤ ਮਾਟੀ ਰਲ ਜਾਏ। ਇਹ ਸਾਰੀ ਮਾਇਆ ਦੀ ਖੇਡ ਹੈ ਤੇ ਇਹਨਾਂ ਨੇ ਅਖੀਰ ਇੱਕ ਦਿਨ ਸਾਰਿਆਂ ਨੇ ਮਿੱਟੀ ਦੇ ਵਿੱਚ ਰਲ ਜਾਣਾ ਹੁੰਦਾ ਹੈ ਜੀ। ਬਿਨ ਨਾਵੈ ਨਾਲ ਨ ਚੱਲਈ ਸਤਿਗੁਰ ਬੂਝ ਬੁਝਾਈ। ਨਾਮ ਤੋਂ ਬਿਨਾ ਮਨੁੱਖ ਦੇ ਨਾਲ ਕੁਝ ਵੀ ਨਹੀਂ ਚੱਲਦਾ। ਇਹ ਸੋਝੀਏ ਜਿਹੜੀ ਇਹ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਪਣੇ ਗੁਰਸਿੱਖ ਨੂੰ ਦਿੰਦੇ ਨੇ। ਬਿਨ ਨਾਵੇ ਨਾਲ ਨਾ ਚੱਲਈ, ਨਾਮ ਤੋਂ ਬਿਨਾ ਇਸ ਦੁਨੀਆ ਦੇ ਅੰਦਰ ਜਦੋਂ ਅਸੀਂ ਜਾਂਦੇ ਹਾਂ ਕੁਝ ਵੀ ਨਾਲ ਨਹੀਂ ਜਾਂਦਾ। ਸਤਿਗੁਰ ਬੂਝ ਬੁਝਾਈ, ਇਹ ਸੋਝੀ ਜਿਹੜੀ ਹੈ ਇਹ ਸੱਚੇ ਸਤਿਗੁਰ ਆਪਣੇ ਗੁਰਸਿੱਖ ਨੂੰ ਦਿੰਦੇ ਹਨ ਜੀ। ਨਾਨਕ ਨਾਮ ਰਤੇ ਸੇ ਉਪਰੇ ਨਿਰਮਲੇ ਸਾਚੈ ਰਹੇ ਸਮਾਈ। ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਪਵਿੱਤਰ ਨੇ, ਸਾਚੇ ਰਹਿ ਸਮਾਈ ਤੇ ਉਹ ਸਦਾ ਸੱਚ ਦੇ ਵਿੱਚ ਅਭੇਦ ਰਹਿੰਦੇ ਨੇ। ਨਾਮ ਰਤੇ ਸੇ ਨਿਰਮਲੇ, ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦੇ ਮਨ ਪਵਿੱਤਰ ਹੁੰਦੇ ਨੇ, ਨਿਰਮਲ ਹੁੰਦੇ ਨੇ। ਸਾਚੇ ਰਹਿ ਸਮਾਈ ਤੇ ਸੱਚ ਦੇ ਵਿੱਚ ਉਹ ਅਭੇਦ ਹੋ ਕੇ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਦਾ ਕੋਟਨ ਕੋਟ ਧੰਨਵਾਦ ਸ਼ੁਕਰਾਨਾ। ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਗੁਰਸਿੱਖ ਦਾ ਜਿਹੜਾ ਜੀਵਨ ਹੈ, ਗੁਰਸਿੱਖ ਦੀ ਵਡਿਆਈ ਕੀਤੀ ਹੈ ਤੇ ਅਸੀਂ ਸਾਰੇ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਸਿੱਖ ਹਾਂ।